ਹੁਣ ਅਸੀਂ ਕਰਦੇ ਹਾਂ 7ਵੀਂ ਜਮਾਤ ਦਾ ਗਣਿਤ ਦਾ ਅਭਿਆਸ 12.1। ਪਹਿਲਾ ਪ੍ਰਸ਼ਨ ਹੈ, ਹੇਠਾਂ ਦਿੱਤੀਆਂ ਹਾਲਤਾਂ ਵਿੱਚ ਚੱਲ ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਏ ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ। ਪਹਿਲਾ ਜੀ, ਸੰਖਿਆ y ਵਿੱਚੋਂ z ਨੂੰ ਘਟਾਉਣਾ। ਲਓ, y ਦੇ ਵਿੱਚੋਂ z ਘਟਾ ਦਿੱਤਾ, ਆਨਸਰ ਆ ਗਿਆ। ਸੰਖਿਆਵਾਂ x ਅਤੇ y ਦੇ ਜੋੜ ਦਾ ਅੱਧਾ। x ਅਤੇ y ਨੂੰ ਲਓ ਜੋੜ ਬਟਾ 2 ਹੋ ਗਿਆ ਜੀ ਅੱਧਾ। ਸੰਖਿਆ z ਨੂੰ ਆਪਣੇ ਆਪ ਨਾਲ ਗੁਣਾ ਕੀਤਾ ਜਾਂਦਾ ਹੈ, z ਗੁਣਾ z। ਸਾਨੂੰ ਪਤਾ ਹੈ ਕਿਸੇ ਸੰਖਿਆ ਨੂੰ ਜਿੰਨੇ ਵਾਰ ਆਪਣੇ ਆਪ ਨਾਲ ਗੁਣਾ ਕੀਤਾ ਜਾਵੇ ਉਹ ਉਹਦੀ ਘਾਤ ਹੋਏਗੀ, ਤਾਂ ਇੱਥੇ ਲਿਖ ਦਿਓ ਜੀ ਪਾਵਰ 2, ਕਿਉਂਕਿ z 2 ਵਾਰ ਗੁਣਾ ਹੈ। ਸੰਖਿਆਵਾਂ p ਅਤੇ q ਦੇ ਗੁਣਨਫਲ ਦਾ 1/4। p ਗੁਣਾ q, ਇਹਨਾਂ ਦਾ 1/4 ਯਾਨੀ ਕਿ ਚੌਥਾ ਹਿੱਸਾ। ਇਹਨੂੰ ਇੱਦਾਂ ਵੀ ਲਿਖ ਸਕਦੇ ਹੋ 1/4 pq। ਦੋਨਾਂ ਸੰਖਿਆਵਾਂ x ਅਤੇ y ਦੇ ਵਰਗਾਂ ਨੂੰ ਜੋੜਿਆ ਜਾਂਦਾ ਹੈ। ਵਰਗ ਦਾ ਮਤਲਬ ਜੀ ਘਾਤ 2। ਸੰਖਿਆ 2 ਵਾਰ ਗੁਣਾ ਹੋਈ ਹੈ, x ਵੀ y ਵੀ, ਇਹਨਾਂ ਨੂੰ ਜੋੜਤਾ, x ਅਤੇ y ਦੇ ਵਰਗਾਂ ਦਾ ਜੋੜ। ਸੰਖਿਆਵਾਂ m ਅਤੇ n ਦੇ ਗੁਣਨਫਲ ਦਾ 3 ਗੁਣਾ ਵਿੱਚ ਸੰਖਿਆ 5 ਜੋੜਨਾ। ਪਹਿਲਾਂ m ਅਤੇ n ਦਾ ਗੁਣਨਫਲ ਕਰੋ, m ਗੁਣਾ n, ਫਿਰ ਉਸ ਦਾ 3 ਗੁਣਾ 3 ਨਾਲ ਗੁਣਾ ਕਰੋ, ਫਿਰ 5 ਜੋੜੋ, ਯਾਨੀ ਕਿ 3 mn + 5। 10 ਵਿੱਚੋਂ ਸੰਖਿਆ y ਅਤੇ z ਦੇ ਗੁਣਨਫਲ ਨੂੰ ਘਟਾਉਣਾ। 10 ਵਿੱਚੋਂ y ਅਤੇ z ਦਾ ਗੁਣਨਫਲ ਘਟਾ ਦਿਓ। ਸੰਖਿਆਵਾਂ a ਅਤੇ b ਦੇ ਗੁਣਨਫਲ ਵਿੱਚੋਂ ਉਸ ਦੇ ਜੋੜਫਲ ਨੂੰ ਘਟਾਉਣਾ। a ਅਤੇ b ਦਾ ਗੁਣਨਫਲ ਉਹਦੇ ਵਿੱਚੋਂ ਘਟਾ ਦਿਓ a ਅਤੇ b ਦਾ ਜੋੜਫਲ। ਜੋੜਫਲ ਨੂੰ ਬ੍ਰੈਕਟ ਦੇ ਵਿੱਚ ਲਿਖ ਕੇ ਕਰਿਓ। ਦੂਸਰਾ ਪ੍ਰਸ਼ਨ ਹੈ ਜੀ, ਹੇਠਾਂ ਦਿੱਤੇ ਵਿਅੰਜਕਾਂ ਦੇ ਪਦਾਂ ਅਤੇ ਉਹਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਹਨਾਂ ਦੇ ਗੁਣਨਖੰਡਾਂ ਨੂੰ ਦਰਖਤ ਚਿੱਤਰ ਦੁਆਰਾ ਵੀ ਦਰਸਾਓ। ਲਓ, ਦੂਸਰੇ ਪ੍ਰਸ਼ਨ ਦਾ ਪਹਿਲੇ ਦਾ ਇਹ ਭਾਗ ਹੈ। ਵਿਅੰਜਕ ਦਿੱਤਾ ਜੀ x - 3। ਇਹਦੀਆਂ ਅਲੱਗ-ਅਲੱਗ ਟਰਮਸ ਜਾਂ ਪਦ ਕਿਹੜੇ ਹੈ? ਪਹਿਲੇ ਨੰਬਰ 'ਤੇ x, ਦੂਸਰੇ ਨੰਬਰ 'ਤੇ -3। x ਦਾ ਗੁਣਨਖੰਡ x ਹੀ ਹੋਏਗਾ, -3 ਦਾ ਗੁਣਨਖੰਡ -3 ਹੀ ਹੋਏਗਾ। ਤੁਹਾਡਾ ਆਨਸਰ ਆ ਚੁੱਕਿਆ। ਇਹਦਾ ਦੂਸਰਾ ਭਾਗ ਹੈ 1 + x + x²। ਹੁਣ ਦੇਖੋ, ਪਹਿਲੀ ਰਕਮ ਜਾਂ ਪਹਿਲਾ ਟਰਮ, ਪਹਿਲਾ ਪਦ 1 ਹੋ ਗਿਆ, ਦੂਸਰਾ x ਹੋ ਗਿਆ, ਤੀਸਰਾ ਹੋ ਗਿਆ x²। ਜਦੋਂ ਗੁਣਨਖੰਡ ਬਣਾਉਣੇ ਹੈ, 1 ਦਾ ਗੁਣਨਖੰਡ ਕੀ ਹੋਏਗਾ? ਇਹੀ ਹੋਏਗਾ 1, ਲਿਖਣ ਦੀ ਲੋੜ ਨਹੀਂ। x ਦਾ ਗੁਣਨਖੰਡ x, ਹਾਂ x² ਦੇ ਗੁਣਨਖੰਡ ਬਣ ਜਾਣਗੇ ਅੱਗੋਂ x ਗੁਣਾ x, ਯਾਨੀ ਕਿ ਦੋਨੇ ਗੁਣਨਖੰਡ x ਤੇ x। ਈ ਭਾਗ ਪਦ ਹੈ ਜੀ ਪਹਿਲਾ ਮਾਈਨਸ ਦਾ AB, ਉਸ ਤੋਂ ਬਾਅਦ ਪਲੱਸ ਦਾ 2B², ਪਲੱਸ ਦਾ ਨਿਸ਼ਾਨ ਲਗਾਉਣ ਦੀ ਲੋੜ ਨਹੀਂ, ਫਿਰ ਮਾਈਨਸ ਦਾ 3A²। ਜੇ ਗੁਣਨਖੰਡ ਬਣਾਉਂਗੇ -AB ਹੈ, ਮਾਈਨਸ ਦਾ 1, ਦੂਸਰਾ A ਅਤੇ B। ਇਸ 'ਤੇ ਗੁਣਨਖੰਡ ਦੇਖੋ ਕਿਹੜੇ ਬਣਨਗੇ? 2, B ਦੀ ਪਾਵਰ 2 ਹੈ, B 2 ਵਾਰ। ਇਸ 'ਤੇ ਗੁਣਨਖੰਡ ਦੇਖੋ ਮਾਈਨਸ ਦਾ 3, A ਦੀ ਪਾਵਰ 2 ਹੈ, A ਅਤੇ ਨਾਲ ਇੱਕ ਹੋਰ A। ਇਹ ਬਣ ਗਏ ਜੀ ਤੁਹਾਡੇ ਗੁਣਨਖੰਡ। ਇੱਕ ਗੱਲ ਤੁਹਾਡੇ ਧਿਆਨ ਵਿੱਚ ਆ ਨਾ, ਗੁਣਨਖੰਡ ਯਾਨੀ ਕਿ ਗੁਣਾ ਵਾਲੇ ਖੰਡ, ਯਾਨੀ ਕਿ ਗੁਣਾ ਵਾਲੇ ਟੁਕੜੇ, ਯਾਨੀ ਕਿ ਉਹ ਕਿਹੜੀਆਂ ਸੰਖਿਆਵਾਂ ਚੱਲ ਜਾਂ ਅਚਲ ਰਾਸ਼ੀਆਂ ਜਿਨ੍ਹਾਂ ਨੂੰ ਗੁਣਾ ਕਰਕੇ -AB ਬਣਦਾ ਹੈ, ਤਾਂ ਉਹ ਇਹ ਹੈ -1 ਗੁਣਾ A ਗੁਣਾ B। ਇਹ ਉਹਦੇ ਗੁਣਨਖੰਡ ਹੋ ਗਏ। ਇਸੇ ਤਰ੍ਹਾਂ 2B² ਕਿੱਦਾਂ ਮਿਲੇਗਾ? 2 ਗੁਣਾ B ਗੁਣਾ B। ਆਓ ਅਸੀਂ ਦੂਜਾ ਪ੍ਰਸ਼ਨ ਕਰਦੇ ਹਾਂ। ਹੇਠਾਂ ਦਿੱਤੇ ਵਿਅੰਜਕਾਂ ਵਿੱਚ ਪਦਾਂ ਅਤੇ ਉਹਨਾਂ ਦੇ ਗੁਣਨਖੰਡਾਂ ਨੂੰ ਛਾਂਟੋ। ਲਓ, ਇਹ ਭਾਗ ਹੈ। ਪਹਿਲਾਂ ਇਹਦੇ ਪਦ ਦੇਖੋ ਜੀ, ਪਹਿਲਾ ਪਦ -4x, ਉਹਦੇ ਗੁਣਨਖੰਡ ਕਿਹੜੇ ਹੋਣਗੇ? -4 ਅਤੇ x। ਦੂਸਰਾ ਪਦ ਹੈ ਜੀ +5, ਉਹਦਾ ਗੁਣਨਖੰਡ ਕੀ ਹੋਏਗਾ? 5 ਦਾ ਗੁਣਨਖੰਡ 5 ਆਪ ਹੀ ਹੋਏਗਾ। ਡੀ ਭਾਟ ਹੈ ਜੀ, ਪਹਿਲਾ ਪਦ xy, ਦੂਸਰਾ ਪਦ ਹੈ ਜੀ 2x ਦੀ ਘਾਤ 2 y ਦੀ ਘਾਤ 2। ਹੁਣ ਦੇਖੋ ਇਹਦੇ ਗੁਣਨਖੰਡ ਚਾਹੀਦੇ ਆ ਮੈਨੂੰ। ਇਹਦਾ ਮਤਲਬ ਹੈ XY ਕਦੋਂ ਮਿਲਦਾ ਹੈ?
ਜਦੋਂ x ਤੇ y ਦੀ ਗੁਣਾ ਕੀਤੀ ਜਾਵੇ ਤਾਂ ਇਸ ਪਦ ਦੇ ਦੋ ਗੁਣਨਖੰਡ ਹੈ x ਤੇ y 2x² y² 2 ਇਹਦੀ ਗੁਣਨਖੰਡ ਦੇਖੋ 2 x ਦੀ ਘਾਤ 2 ਹੈ ਯਾਨੀ ਕਿ x 2 ਵਾਰ ਗੁਣਾ ਸੀ y ਦੀ ਘਾਤ 2 ਹੈ ਯਾਨੀ ਕਿ y 2 ਵਾਰ ਗੁਣਾ। ਇਹਨੂੰ ਇਸ ਤਰ੍ਹਾਂ ਵੀ ਤੁਸੀਂ ਸਮਝ ਸਕਦੇ ਹੋ x ਗੁਣਾ y ਲਿਖ ਕੇ ਇਹਨੂੰ ਲਿਖ ਸਕਦੇ ਹੋ 2 ਗੁਣਾ x ਗੁਣਾ x ਗੁਣਾ y ਇਹ ਸਾਰੇ ਉਹਦੇ ਗੁਣਨਖੰਡ ਹੈ। f ਪਾਰਟ ਹੈ 1.2 AB ਤਾਂ ਪਹਿਲਾ ਪਦ ਹੋ ਗਿਆ ਤੁਹਾਡਾ 1.2 AB। ਇਹ ਕਿਸ ਤਰ੍ਹਾਂ ਮਿਲਿਆ ਜੀ 1.2 ਨੂੰ a ਤੇ b ਨਾਲ ਗੁਣਾ ਕਰਕੇ। ਦੂਸਰਾ ਪਦ ਹੈ ਜੀ -2.4b ਮਾਈਨਸ ਤੇ 2.4 ਨੂੰ b ਨਾਲ ਗੁਣਾ ਕਰਕੇ। 3.6 ਇਹ ਕਿਸ ਤਰ੍ਹਾਂ ਮਿਲਿਆ ਤੁਹਾਨੂੰ 3.6 ਨੂੰ a ਨਾਲ ਗੁਣਾ ਕਰਕੇ। ਤਾਂ ਗੁਣਨਖੰਡ ਮੈਂ ਇਹਦੇ ਵੱਖੋ ਵੱਖਰੇ ਸ਼ੋ ਕਰ ਦਿੱਤੇ। ਆਓ ਹੁਣ ਆਪਾਂ ਇਹਦਾ ਜੀ ਪਾਰਟ ਦੇਖਦੇ ਹਾਂ। 3/4x ਪਹਿਲਾ ਪਦ 3/4x दूसरा 1/4 ਤਾਂ ਪਹਿਲੇ ਪਦ 3/4x ਦੀ ਗੁਣਨਖੰਡ 3/4 ਤੇ x। ਇਸ ਤਰ੍ਹਾਂ ਬਣਾ ਕੇ ਵੀ ਦੇਖ ਸਕਦੇ ਹੋ ਤੁਸੀਂ ਇਹਨੂੰ 1/4 ਨੂੰ 1/4 ਗੁਣਾ 1 ਲਿਖੋਗੇ 1 ਨੂੰ ਲਿਖਣ ਦੀ ਜ਼ਰੂਰਤ ਨਹੀਂ ਗੁਣਨਖੰਡਾਂ 'ਚ ਤਾਂ 1/4 ਹੀ ਹੋ ਗਿਆ ਤੁਹਾਡਾ ਆਨਸਰ। ਹੁਣ ਤੀਸਰਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਮਕ ਗੁਣਾਂਕ ਜੋ ਅਚਲ ਨਾ ਹੋਣ ਦੀ ਪਛਾਣ ਕਰੋ। ਇੱਥੇ ਨੋਟ ਕਰੋ ਪਹਿਲਾਂ ਤਾਂ ਪਦ ਕਿਹੜੇ ਲੈਣੇ ਆ ਜਿਹੜੇ ਅਚਲ ਨਾ ਹੋਣ ਯਾਨੀ ਕਿ ਕੌਂਸਟੈਂਟ ਨਾ ਹੋਣ। ਜਿਵੇਂ 5 ਵੀ ਛੱਡਣਾ ਪਏਗਾ ਇੱਥੇ 1 ਲਿਖਿਆ 1 ਵੀ ਛੱਡਣਾ ਪਏਗਾ ਕਿਉਂਕਿ 1 ਇਕੱਲਾ ਇਹਦੇ ਨਾਲ ਕੋਈ ਵੇਰੀਏਬਲ ਹੈ ਨਹੀਂ। ਆਓ ਕਰੀਏ। ਹਾਂਜੀ ਦੇਖੋ ਜੀ 5 ਅਚਲ ਪਦ ਹੈ ਅਚਲ ਰਾਸ਼ੀ ਹੈ ਕੌਂਸਟੈਂਟ ਹੈ ਇਹਨੂੰ ਛੱਡ ਦਿਓ ਤਾਂ ਇਹ ਹੋ ਗਿਆ ਜੀ ਪਹਿਲਾ ਪਦ -3t²। ਇਹਦਾ ਗੁਣਾਂਕ ਦੇਖੋ ਜੀ ਇਹਦੇ ਨਾਲ ਕਿਹੜਾ ਅੰਕ ਗੁਣਾ ਹੈ ਯਾਨੀ ਕਿ ਕਿਹੜੀ ਸੰਖਿਆ ਗੁਣਾ ਹੈ ਨਿਸ਼ਾਨ ਉਹਦਾ ਨਾਲ ਲੈਣਾ ਪਏਗਾ ਉਹ ਗੁਣਾਂਕ ਹੋ ਗਿਆ। ਲਓ ਜੀ ਵੇਰੀਏਬਲ t² ਛੱਡ ਦਿਓ ਬਾਕੀ ਨਜ਼ਰ ਆ ਰਿਹਾ ਤੁਹਾਨੂੰ -3। ਦੂਸਰੀ ਰਕਮ ਹੈ ਇਹਦੇ ਵਿੱਚੋਂ ਦੇਖੋ 1 ਨੂੰ ਤੁਹਾਨੂੰ ਛੱਡਣਾ ਪਏਗਾ ਤਾਂ ਕਿਹੜੇ ਕਿਹੜੇ ਪਦ ਹੈ ਜੀ ਇਸ 'ਚ ਦੂਸਰਾ t ਫਿਰ t² ਫਿਰ t ਦਾ ਕਿਊਬ। ਦੇਖੋ t ਦੇ ਨਾਲ ਕੋਈ ਗੁਣਾ ਨਹੀਂ ਹੈ ਕੁਛ ਵੀ ਤਾਂ ਇਹਨੂੰ ਤੁਸੀਂ 1 ਗੁਣਾ t ਵੀ ਲਿਖ ਸਕਦੇ ਹੋ। ਇਸੇ ਤਰ੍ਹਾਂ t² ਦੇ ਨਾਲ 1 ਗੁਣਾ t² ਕਿਉਂਕਿ 1 ਨਾਲ ਗੁਣਾ ਕਰੋਗੇ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵੀ ਵੇਰੀਏਬਲ ਦੇ ਨਾਲ ਕੋਈ ਵੀ ਅੰਕ ਨਾ ਲੱਗਾ ਹੋਵੇ ਤਾਂ ਉਹਦੇ ਨਾਲ 1 ਆਪਣੇ ਕੋਲੋਂ ਆਪਾਂ ਮੰਨ ਸਕਦੇ ਹਾਂ। ਲਓ ਜੀ ਇਹਦਾ ਗੁਣਾਂਕ ਕੀ ਹੋ ਗਿਆ ਜੀ 1। ਇਹਦਾ ਗੁਣਾਂਕ t² ਦਾ 1 t³ ਦਾ 1 ਇਹ ਤੁਹਾਡਾ ਆਨਸਰ ਆ ਗਿਆ। ਉਸ ਤੋਂ ਬਾਅਦ -p² q² 7pq। ਹੁਣ ਨੋਟ ਕਰੋ ਇਹਨੂੰ ਤੁਸੀਂ ਲਿਖ ਸਕਦੇ ਹੋ -1 ਗੁਣਾ p² q² ਗੁਣਾਂਕ ਆ ਗਿਆ ਜੀ -1 pq ਦਾ ਗੁਣਾਂਕ ਆ ਗਿਆ ਜੀ +7। ਆਨਸਰ 3.14 r² ਗੁਣਾਂਕ ਆ ਗਿਆ 3.14। ਆਨਸਰ ਪਹਿਲਾਂ ਇਹਨੂੰ ਠੀਕ ਕਰਕੇ ਲਿਖਣਾ ਪਏਗਾ 2 ਅੰਦਰ ਜਾ ਕੇ ਦੋਨੇ ਸੰਖਿਆਵਾਂ ਨਾਲ ਵੱਖੋ ਵੱਖਰਾ ਗੁਣਾ ਹੋ ਗਿਆ ਤਾਂ 2 ਪਦ ਹੈ ਪਹਿਲਾ ਪਦ 2l ਦੂਸਰਾ 2b l ਦਾ ਗੁਣਾਂਕ 2 b ਦਾ ਗੁਣਾਂਕ 2। ਆਨਸਰ ਚੌਥੇ ਪ੍ਰਸ਼ਨ ਦਾ a ਭਾਗ ਹੈ ਉਹ ਪਦ ਪਛਾਣੋ ਜਿਨ੍ਹਾਂ ਵਿੱਚ x ਹੈ ਫਿਰ ਇਹਨਾਂ ਵਿੱਚ x ਦਾ ਗੁਣਾਂਕ ਲਿਖੋ। ਦੇਖੋ ਜਿਵੇਂ ਵਿਅੰਜਕ ਹੈ ਇਹਦੇ 2 ਪਦ ਹੈ ਤਾਂ x ਵਾਲਾ ਪਦ ਲੱਭਣਾ ਆਪਾਂ ਕਿਹੜਾ ਜੀ ਪਹਿਲਾ y² x। ਹੁਣ x ਦਾ ਗੁਣਾਂਕ ਲੱਭਣਾ ਹੈ ਮਤਲਬ x ਲੁਕੋ ਲਓ ਬਾਕੀ ਜੋ ਨਜ਼ਰ ਆ ਰਿਹਾ ਉਹਦੇ ਨਾਲ ਗੁਣਾ ਹੋਇਆ ਉਹ ਤੁਹਾਡਾ ਉੱਤਰ ਆ ਗਿਆ। ਜੇ ਲਿਖੇ ਦਾ ਸੰਖਿਆਤਮਕ ਗੁਣਾਂਕ ਦੇ ਵਿੱਚ ਇਹਦੇ ਅੱਗੇ ਜੋ ਅੰਕ ਗੁਣਾ ਸੀ ਯਾਨੀ ਕਿ 1 ਤਾਂ ਸੰਖਿਆਤਮਕ ਗੁਣਾਂਕ 'ਚ ਉਹ 1 ਆਉਣਾ ਸੀ। ਦੂਸਰਾ ਭਾਗ 13y² -8yx। ਹੁਣ ਨੋਟ ਕਰੋ ਇਹਦੇ ਵਿੱਚ x ਵਾਲਾ ਪਦ ਸਿਰਫ 1 ਹੈ -8yx ਤਾਂ x ਦਾ ਗੁਣਾਂਕ ਲੱਭਣਾ ਹੈ x ਛੱਡ ਦਿਓ ਬਾਕੀ ਜੋ ਨਜ਼ਰ ਆ ਰਿਹਾ -8y ਉਹ x ਦਾ ਗੁਣਾਂਕ ਹੋ ਗਿਆ। ਉਸ ਤੋਂ ਅੱਗੇ ਦੇਖੋ 5 + z + zx ਇਹ ਪਈ ਜੀ x ਵਾਲੀ ਟਰਮ zx ਗੁਣਾਂਕ ਆ ਗਿਆ ਜੀ z। ਆਨਸਰ ਇੱਥੇ ਹੁਣ 2 ਜਾਣੇ ਹੈ ਇੱਕ x ਹੈ ਤੇ ਇੱਕ xy ਹੈ ਤਾਂ x ਦੇ ਨਾਲ ਕੋਈ ਵੀ ਅੰਕ ਨਹੀਂ ਗੁਣਾ ਤਾਂ ਉਹਦਾ ਗੁਣਾਂਕ 1 ਹੋਏਗਾ। ਇੱਥੇ ਹੋਏਗਾ ਜੀ y
ਤੁਹਾਡਾ ਆਨਸਰ। ਹੁਣ ਇੱਥੇ 7 + XY² ਹੈ, x वाला पद है जी XY², गुणांक आ गया जी Y², आंसर। ਇਸੇ ਤਰੀਕੇ ਨਾਲ B ਭਾਗ ਹੈ, ਉਹ ਪਦ ਪਛਾਣੋ ਜਿਨ੍ਹਾਂ ਵਿੱਚ Y² ਹੈ ਅਤੇ ਫਿਰ ਇਹਨਾਂ ਵਿੱਚ Y² ਦਾ ਗੁਣਾਂਕ ਲਿਖੋ। ਜਿਸ ਤਰ੍ਹਾਂ ਉੱਪਰ ਵਾਲੇ ਪ੍ਰਸ਼ਨ 'ਚ ਆਪਾਂ x ਵਾਲਾ ਪਦ ਲੱਭਿਆ, ਹੁਣ ਇੱਥੇ Y² ਵਾਲਾ ਪਦ ਲੱਭਾਂਗੇ, ਫਿਰ ਉਹਦਾ ਗੁਣਾਂਕ ਲਿਖਦੇ ਹਾਂ। ਲਓ ਜੀ, Y² ਵਾਲਾ ਪਦ ਹੈ ਜੀ -XY², ਗੁਣਾਂਕ ਚਾਹੀਦਾ Y², ਉਹਨੂੰ ਲਿਖੋ ਲਓ, ਬਾਕੀ ਨਜ਼ਰ ਆਇਆ ਜੀ ਮਾਈਨਸ ਦਾ x, ਆਨਸਰ। ਇੱਥੇ ਦੇਖੋ Y² वाली टर्म 2 पईयां जी, -15 XY² तो प्लस का 7 Y², तो Y² का गुणांक हो गया जी -15x, इधर Y² का गुणांक हो गया जी 7, आंसर। हुण देखो 5वां प्रश्न है, हेठां दिते व्यंजकां नूं एक पदी, दो पदी अते तीन पदी के रूप में वंडो। पहला नोट करो, ये पिया जी तुहाडा पहला पद, आ पिया दूसरा पद, दो अलग अलग पद है, तो ये की हो गया जी दो पदी। इत्थे मैं लिखदा दो पदी, सिर्फ एक पद है, ये आ गया जी एक पदी, पहला पद, दूसरा पद ते तीसरा पद, 3 टर्म्स है, ये आ गया जी 3 पदी। 100 कली अचल राशि है, इक्को ही संख्या है, तो एक पदी। 1 2 ते 3, ये 3 पद है जी 3 पदी। इस तरीके नाल 9वां भाग फिर 3 पदी है जी। हुण इधर देखो 5 पहली टर्म, -3t दूसरी टर्म या पद, ये की हो गया जी आ 2 पदी है। इस तरीके नाल बाकी प्रश्न तुसी खुद आप कर सकते हो। 6वां प्रश्न है, कहना दसो कि दिते हुए पदां दे जोड़े समान पदां दे हन जां असमान पद। इत्थे मैं एक गल तुहानूं क्लीयर करदा, जदों समान पदां दे तुसीं जोड़े देखने होण तां तुसीं एक गल ध्यान च रखना है, समान पदां दे विच सेम वेरीएबल वरते हुंदे, यानी कि चल राशियां सेम, यानी कि इंग्लिश के अक्षर जिवें एक्स ते इधर भी एक्स है, तो उन्हां दीयां घातां भी समान हुंदियां, जिवें इत्थे एक्स की घात 1 है, इत्थे एक्स की घात 1 है। हुण इत्थे नोट करो, इत्थे एक्स आ गया वेरीएबल, इत्थे वाई आ गया, वक्को वक्खरे है ना, तो ये आसमान पद होणगे। आओ करिए प्रश्न शुरू। तो हुण देखो इत्थे ध्यानपूर्वक, जिहड़ी पहली रकम है उस दे विच साडे कोल 2 रकम है जी, 1 अते 100, दोने हालांकि कॉन्सटेंट है, अचल राशियां जिन्हां दा मुल कदे नहीं बदलदा, इस करके वेरीएबल है ही नहीं, तो ये की है जी समान पद है। इधर भी एक्स की घात 1, एक्स की घात 1, ये की है जी समान पद। इस तरीके नाल देखो इत्थे एक्स वेरीएबल है, इत्थे वाई वरत्या गया है, ये है जी असमान पद। एक्स वाई ते वाई एक्स, ये है जी समान पद। हालांकि देखो तरतीब वक्खो वक्खरी है इन्हां दी, एक्स अगे गुणा वाई बाद च गुणा है, वाई अगे गुणा एक्स बाद च गुणा है, पर कोई फर्क नहीं पैंदा, एक्स गुणा वाई होवे या वाई गुणा एक्स इक्को गल हुंदी है। हुण इत्थे नोट करो एम की घात 2 है, पर इत्थे एम की घात 1 है, तो यह तो पहले ही पता लग गया मैनू कि ये असमान पद हैं। एक्स जेड, एक्स की घात 1 है, जेड की घात 1 है, इत्थे एक्स की घात 2 है, जेड की घात 2 है। लो जी घातां नहीं मिल रही, तो ये असमान पद हैं। हुण 7वां जी, हेठां दित्तिआं विच समान पदां नूं पछाणो। लो हुण आपां करदे हां जी 7वां प्रश्न, समान पदां नूं पछाणो। समान पद लभण दा मतलब है जी तुसी ਉਹ ਵਾਲੇ पद ਲੱਭਣੇ ਹੈ ਜਿਨ੍ਹਾਂ ਦੇ बीज गणितिक गुणनखंड समान होण। बीज गणितिक गुणनखंड समान होण ਦਾ मतलब सेम वेरीएबल होवे
तो उन्हां दीयां घातां भी समान होण। जिवें देखो पहला मैं लिया जी -XY², तो इत्थे नोट करो x की घात 1 है, y की घात 2 है, तो वो सारे पद लभो जिन्हां च x की घात 1 तो y की घात 2 होवे। आओ लभीए। इस तो बाद x की घात 1 वाली टर्म आ पई है जी, x की घात 1 y की पावर 2, कॉमा पा के लिख लो 2x y की घात 2। होर लभदे हैं जी अगे आ पिया जी, सॉरी होर नहीं है, बस ये 2 जानी है। चलो आगे देखिए, एक ये भी टर्म पई है, नहीं इत्थे एक्स की घात 2 है ना। आओ हुण आ टर्म वक्री लभदे हैं आपां, -4x² नूं मैं अगे लिख देना x²y, या चलो दोबारा लिखते हैं इसको -4yx²। हुण नोट करो y की घात 1 है, x की घात 2 है, लभो जी y की घात 1 x की घात 2, x की घात 2 आ पिया जी vx²y, x की घात 2 है, y की घात 1 है। इस तरीके का होर कुछ नहीं लभ रहा गुणनखंड। होर देखिए अगे 8x², x² वाली कली टर्म आ पई है जी -11x²। होर देखिए x² वाली टर्म एक होर पई है जी -6x²। लो होर देखिए, इस तो बाद आ रहा जी कली y वाली टर्म 7y। उस तो बाद कली y वाली टर्म आ पई है जी, होर नहीं है कोई समान। आओ अगे चलिए, कली x वाली टर्म ये पई है जी -100x, ते नाल इस दे ये पिया जी 3x। इन्हां च देखो x की घात 1 है। होर देखिए टर्म लभीए कोई, यह पई जी -11yx, इन्हां दे नाल xy वाली टर्म आ पिया जी x की घात 1 y की घात 1 2xy। लो ये समान पद है। एक प्रश्न होर देखते हैं आप। सब तो पहला देखो जी 10pq, सारिया रकमां दे विच वो पद लभो जिहदे विच p की घात 1 ते q की घात भी 1 होवे। 10pq। होर देखिए pq वाली टर्म आ पई -7qp, q की घात 1 है, p की घात भी 1 है। होर देखिए बस होर कोई टर्म नहीं है जिहदे विच p की घात 1 ते q की घात 1 होवे। इस तो अगली टर्म है जी 7p, कली p की घात 1 वाली टर्म लभीए इत्थे है पिया जी 2405p। होर p की घात वाली टर्म लभीए जी, होर नहीं है। इत्थे नोट करो एक टर्म ये होर लभ गई मैनूं जिहदे विच q की घात 1 है, p की घात 1 है, इहदे नाल ही एडजस्ट कर दिंदे आ 78qp, कॉमा बाकी 78qp। होर लभीए q वालियां टर्म्स, यह पिया जी 8q। होर लभदे हैं q वाली टर्म आ पई जी -100q। q की घात 1 वालियां टर्म्स होर लभीए, होर नहीं है। उस बाद अगे चलो p की घात 2 ते q की घात 2 वालियां टर्म्स लभदे हैं। हुण आपां -p की घात 2 q की घात 2। अब अगे चलिए, ये पिया जी p की घात 2 q की घात 2 -12q की घात 2 p की घात 2। होर टर्म है कोई नहीं है जी, बस। अच्छा उस तो बाद आपां अगे चलिए, कॉन्सटेंट टर्म है जी -23 है पी जी -23। एक होर कॉन्सटेंट टर्म ये पई है जी 41, -23 ते 41।
होर देखिए पी दी घात 2 माइनस 5 पी दी घात 2, पी दी घात 2 वाली टर्म आ पई है जी 701 पी दी घात 2। आ दोनों भी लाइक टर्म्स है, यानी कि समान पद। होर देखिए होर आ पिया जी 13 पी दी घात 2 ते नाल क्यू, पी दी घात 2 क्यू दी घात 1 क्यू पी स्केयर। तो ये समान पदां दे आपां जोड़े इकट्ठे कर लए हैं।